श्री वाहेगुरु जी। पुरजा कट मरै कबहू ना छाड़ै खेत। पर अणख ना छड्ड दे अपने देश दा नाम चमकाउंदे। आनंद गुणदान गुरु गरीब नवाज दियो बोलना जी सतनाम श्री वाहेगुरु जी। शंभू मोर्चे ते अपने घरेलू कारजां नूं छड्ड के अपने हक्कां लई डटे होए जिउंदी ज़मीर वाले जिन्ने भी हाज़री भरन वाले ने मैं तुहाडे चरनां ते सीस धर के फतेह बुलाउणा। कोई भी रसना बांझी ना जाए। आखो गज वज के जी वाहिगुरू जी का खालसा वाहिगुरू जी की फतेह। 4 अक्तूबर नूं जदों मोर्चे की इसकी शुरुआत हुई मैं उस दिन भी हाज़री भरी ते अज अपने ढाडी जत्थे समेत इत्थे गुरु प्यारियां संगतां दे दर्शन दीदार करन वास्ते आया। जिहड़ा हंकार है ना हंकार वो बंदे नूं लैके बह जांदा है। वो भी हुकूमत दा हंकार होवे क्योंकि मोदी ने ते भाजपा दे प्रधान ने जिहड़े कल दे बयान दिते ने ਉਹ ਹੈਂਕੜ ਭਰੇ ਨੇ। ਉਹਨਾਂ ਵਿੱਚ ਗਰੂਰ ਆ। ਉਹਨਾਂ ਤੋਂ ਪਤਾ ਲੱਗਦਾ ਬਈ हुकूमत ਦਾ ਨਸ਼ਾ ਕਿੰਨਾ ਮਾੜਾ ਹੋਇਆ ਕਰਦਾ ਏ। सतगुरु महाराज रब्बी बाणी तुरकी बाणी अंदर आखदे ने जस के अंतर राज अभिमान सो नरक पाती होवत सुआन। जेड़े ये हंकार करते ने वेखो ये बंदे दी कमजोरी कह लो। जदों तां बंदे नूं किसे तक कोई मतलब आ
ਲਈ ਜੀ ਹਜ਼ੂਰੀ ਕਰਦਾ। ਉਹ ਜਦੋਂ ਇਹ ਦੇਸ਼ ਨੂੰ ਅੰਨ ਦੀ ਲੋੜ ਸੀ ਤੇ ਕਿਸਾਨ ਅੰਨਦਾਤੇ, ਤੇ ਹੁਣ ਕਿਸਾਨ ਵਿਚੋਲੇ, ਹੁਣ ਦਲਾਲ ਜਿਹੜੇ ਆਪਦੇ ਹੱਕ ਮੰਗਦੇ ਨੇ। ਵੇਖੋ ਹੁਣ ਵਿਚੋਲੇ, ਹੁਣ ਦਲਾਲ। ਪਰ ਇੱਕ ਗੱਲ ਯਾਦ ਰੱਖਿਓ, ਜੇ ਉਹਨੇ ਹੈਂਕੜ ਦੇ ਵਿੱਚ ਆ ਕੇ ਆਖਿਆ ਨਾ 370 ਧਾਰਾ ਵਾਪਸ ਤੇ ਨਾ ਖੇਤੀ ਬਿੱਲ ਵਾਪਸ ਹੋਣਗੇ, ਪਰ ਇਹ ਜਿਹੜਾ ਜ਼ਬਰ ਆ, ਇਹ ਜਿਹੜਾ ਜ਼ੁਲਮ ਆ, ਇਹ ਜਿਹੜੀ ਧੱਕੇਸ਼ਾਹੀ ਆ, ਇਹ ਜਿਹੜਾ ਅਤਿਆਚਾਰ ਆ ਪੰਜਾਬ ਦੀ ਧਰਤੀ ਆ। ਕਿਉਂਕਿ ਪੰਜਾਬ ਦੀ ਧਰਤੀ ਦੇ ਜਿਹੜੇ ਚਾਏ ਨੇ, ਪੰਜਾਬ ਦੀ ਧਰਤੀ ਤੇ ਜਿਨ੍ਹਾਂ ਨੇ ਜਨਮ ਲਿਆ, ਪੰਜਾਬ ਦੀ ਧਰਤੀ ਤੇ ਜਨਮ ਲੈਣ ਵਾਲੇ ਸੂਰਬੀਰ, ਯੋਧੇ, ਪਰਉਪਕਾਰੀ, ਸਿਰਲੱਥ, ਉਹਨਾਂ ਮਹਾਨ ਸ਼ਹੀਦਾਂ ਮੁਰੀਦਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਅਸੀਂ ਕਿਸੇ ਵੀ ਹੈਂਕੜਬਾਜ਼ ਅੱਗੇ ਝੁਕੇ ਨਹੀਂ। ਇਹ ਸਾਡਾ ਇਤਿਹਾਸ ਆ, ਕਦੇ ਹੈਂਕੜਬਾਜ਼ ਅੱਗੇ ਕਿਸ ਝੁਕੇ ਨਹੀਂ। ਹੁਣ ਵੇਖੋ ਮੋਦੀ ਨੂੰ ਜੇ ਹੰਕਾਰ ਆ, ਮੈਂ ਲਦਾਖ, ਮੈਂ ਕਸ਼ਮੀਰ, ਮੈਂ ਸ਼ਹੀਨ ਬਾਗ ਵਾਲੇ ਭਜਾਏ ਹੋਏ ਨੇ, ਮੈਂ ਬਾਬਰੀ ਮਸਜਿਦ ਜਿੱਥੇ ਢਾਈ ਸੀ ਉੱਥੇ ਮੰਦਿਰ ਦੀ ਉਸਾਰੀ ਕਰਵਾਈ ਹੋਈ ਆ। ਇਹੀ ਹੰਕਾਰ ਦੁਨੀਆ ਦੇ ਜੇਤੂ ਸਿਕੰਦਰ ਨੂੰ ਬੜਾ ਸੀ, ਉਹ ਜਿੱਤਦਾ ਹੀ ਗਿਆ। ਇੱਕ ਮੁਲਕ ਜਿੱਤਿਆ, ਹੰਕਾਰ ਹੋ ਗਿਆ, ਉਹਨੇ ਦੂਜੇ ਤੇ ਹਮਲਾ ਕੀਤਾ, ਉਹਨੂੰ ਗਰੂਰ ਹੋ ਗਿਆ, ਉਹ ਤੀਜੇ ਤੇ ਗਿਆ ਚੜ੍ਹਾਈ ਕਰਕੇ ਜਿੱਤ ਪ੍ਰਾਪਤ ਕੀਤੀ। ਆ ਜਦੋਂ ਪੰਜਾਬ ਦੀ ਧਰਤੀ ਤੇ ਆਇਆ ਤੇ ਪੰਜਾਬੀਆਂ ਦੇ ਹੱਥ ਲੱਗੇ, ਉਹਦੇ ਮੂੰਹ ਚੋਂ ਝੱਗ ਛੁਡਾ ਦਿੱਤੀ ਪੰਜਾਬੀਆਂ ਨੇ। ਇਹ ਪੰਜਾਬੀਆਂ ਨੇ ਜਦੋਂ ਉਹਦਾ ਮੁਕਾਬਲਾ ਕੀਤਾ, ਉਹ ਪੰਜਾਬ ਦੀ ਧਰਤੀ ਤੋਂ ਇੱਕ ਚਿੱਠੀ ਲਿਖਦਾ ਆਪਦੀ ਮਾਂ ਨੂੰ। ਉਹ ਮਾਂ ਨੂੰ ਜਦੋਂ ਵੀ ਉਹਦੇ ਕੋਲ ਥੋੜਾ ਬਹੁਤਾ ਵੇਲ ਹੁੰਦਾ ਸੀ, ਮੌਕਾ ਮਿਲਦਾ, ਉਹਨੇ ਪੱਤਰ ਲਿਖਣਾ, ਚਿੱਠੀ ਲਿਖਣੀ। ਉਹਨੇ ਫਿਰ ਪੰਜਾਬ ਦੀ ਧਰਤੀ ਦੇ ਚਾਇਆਂ ਦੀ ਗੱਲ ਕੀਤੀ। ਆ ਤੁਹਾਡੇ ਵੱਡ ਵਡੇਰਿਆਂ ਦੀ ਸਿਫਤ ਸਲਾਹ ਉਹਨੇ ਕੀਤੀ ਆ। ਉਹ ਆ ਬੋਲਿਆ, ਕਹਿੰਦਾ ਮਾਂ, ਕਹਿੰਦਾ ਜਿਸ ਧਰਤੀ ਤੇ ਮੈਂ ਅੱਜ ਰੁਕਿਆ ਹੋਇਆ, ਉਹਦਾ ਚੱਪਾ ਚੱਪਾ ਫੁਲਾਦ ਦੀ ਤਰ੍ਹਾਂ ਹੈ। ਚੱਪਾ ਚੱਪਾ ਮਾਂ, ਤੂੰ ਇੱਕ ਸਿਕੰਦਰ ਨੂੰ ਜਨਮਿਆ, ਪਰ ਇੱਥੋਂ ਦੀ ਜਿਹੜੀ ਮਾਂ ਹੈ ਉਹ ਘਰ ਘਰ ਸਿਕੰਦਰ ਜਨਮਦੀ ਆ। ਉਹਨੇ ਐਡੀ ਵਡਿਆਈ ਤੁਹਾਡੀ ਕੀਤੀ ਆ। ਜੇ ਇੱਕ ਪਾਸੇ ਦਿੱਲੀ ਦੀ ਹਕੂਮਤ ਨੂੰ ਹੰਕਾਰ ਹੈ, ਪਰ ਉਹਦੇ ਜ਼ਬਰ ਅੱਗੇ ਸੂਰਮਿਆਂ ਨੇ ਕਦੇ ਝੁਕਣਾ ਨਹੀਂ। ਇਹ ਅਟਲ ਸਚਾਈ ਦਾ ਜ਼ਿਕਰ ਪਮਾਲ ਦਾ ਢਾਡੀ ਜਥਾ ਮੇਰੇ ਸਾਥੀ ਸੁਖਪਾਲ ਸਿੰਘ, ਪ੍ਰਭਜੋਤ ਤੇ ਜਸਪਾਲ ਸਿੰਘ ਗਾ ਕੇ ਇਹੋ ਪੇਸ਼ ਕਰ ਰਹੇ ਨੇ। ਜੇ ਦਿੰਦੇ ਕੁਰਬਾਨੀ ਹੱਸ ਕੇ ਤਨ ਦੀਏ, ਦੁਨੀਆ ਉਹਨਾਂ ਤਾਈ ਵੀਰ ਨੂੰ ਮੰਨਦੀ ਏ। ਜੇ ਦਿੰਦੇ ਕੁਰਬਾਨੀ ਹੱਸ ਕੇ ਤਨ ਦੀਏ, ਸਮਾਂ ਦੇਖ ਕੇ ਕਦੇ ਪਤੰਗੇ ਰੁਕਦੇ ਨਾ, ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ, ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ। ਮੰਨਦੀ ਏ, ਜੇ ਦਿੰਦੇ ਕੁਰਬਾਨੀ ਹੱਸ ਕੇ ਤਨ ਦੀਏ, ਦੁਨੀਆ ਉਹਨਾਂ ਤਾਈ ਵੀਰ ਨੂੰ ਮੰਨਦੀ ਏ। ਜੇ ਦਿੰਦੇ ਕੁਰਬਾਨੀ ਹੱਸ ਕੇ ਤਨ ਦੀਏ, ਸਮਾਂ ਦੇਖ ਕੇ ਕਦੇ ਪਤੰਗੇ ਰੁਕਦੇ ਨਾ, ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ, ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ।
ਅਣਖੀ ਵੀਰਾਂ ਦੀ ਆਉਂਦੀ ਹੋਵੇ ਵਾਛੜ ਗੋਲੀਆਂ ਤੀਰਾਂ ਦੀ ਗਾਥਾ ਜੱਗ ਤੋਂ ਵੱਖਰੀ ਅਣਖੀ ਵੀਰਾਂ ਦੀ ਆਉਂਦੀ ਹੋਵੇ ਵਾਛੜ ਗੋਲੀਆਂ ਤੀਰਾਂ ਦੀ ਹਿੱਕਾਂ ਤਾਣ ਕੇ ਖੜਦੇ ਪਿੱਛੇ ਹੱਥ ਦੇਣਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਬੰਦ ਬੰਦ ਕਟਵਾ ਕੇ ਮੰਨਿਆ ਪਾਣੇ ਨੂੰ ਸ਼ਰਮ ਆਈ ਨਾ ਵੇਖੋ ਜ਼ੁਲਮੀ ਲਾਣੇ ਨੂੰ ਬੰਦ ਬੰਦ ਕਟਵਾ ਕੇ ਮੰਨਿਆ ਪਾਣੇ ਨੂੰ ਸ਼ਰਮ ਆਈ ਨਾ ਵੇਖੋ ਜ਼ੁਲਮੀ ਲਾਣੇ ਨੂੰ ਸੰਗ ਮਕਾਇਆ ਓ ਮਕਾਇਆ ਸਿੰਘ ਕਦੇ ਵੀ ਮੁੱਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਸਿੰਜਿਆ ਨਾ ਲਹੂ ਹੋ ਲੈਂਦੀ ਦੁਨੀਆ ਤੱਕ ਖਾਲਸਾ ਅਮਰ ਰਹੂ ਸਿੱਖੀ ਦਾ ਜੋ ਬੂਟਾ ਸਿੰਜਿਆ ਨਾ ਲਹੂ ਹੋ ਲੈਂਦੀ ਦੁਨੀਆ ਤੱਕ ਖਾਲਸਾ ਅਮਰ ਰਹੂ ਐਸੇ ਬੂਟੇ ਕਦੇ ਪਮਾਲ ਵੀ ਸੁੱਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਜਬਰ ਸਾਹਮਣੇ ਕਦੇ ਸੂਰਮੇ ਝੁਕਦੇ ਨਾ ਪਹਾੜਾਂ ਦੀ ਛਾਤੀ ਨੂੰ ਛੱਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਾ ਹੁੰਦੇ ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੈ ਵੀਰੋ ਉਹ ਦੁਨੀਆ ਝੁਕਾਉਂਦੇ ਨੇ ਝੁਕਦੇ ਨਾ ਹੁੰਦੇ। ਨਾਦਰ ਸ਼ਾਹ ਨੂੰ ਆਪਾਂ ਸਾਰੇ ਜਾਣਦੇ ਹਾਂ, ਲੁਟੇਰਾ ਸੀ, ਹਮਲਾਵਰ ਹੋਇਆ, ਦਿੱਲੀ ਤੱਕ ਗਿਆ, ਬੜਾ ਕਤਲੇਆਮ ਕੀਤਾ ਉਹਨੇ ਦਿੱਲੀ ਦੇ ਵਿੱਚ। ਉਹਦੇ ਬੋਲ ਸੀ ਇਹ ਬੋਲ ਤੁਹਾਡੇ ਬਾਰੇ, ਅਸੀਂ ਕੌਮ ਬੂਏ ਬਾਦਸ਼ਾਹੀ ਮੈਂ ਆਇਦ। ਉਹਨੇ ਆਹ ਬੋਲ ਬੋਲੇ। ਉਹ ਦਿੱਲੀ ਤੋਂ ਜਦੋਂ ਵਾਪਸ ਮੁੜਿਆ ਤੇ ਉਹਨੂੰ ਪੰਜਾਬ ਦੇ ਇੱਥੇ ਗੁਰੂ ਕੇ ਸਿੰਘਾਂ ਦੇ ਲੱਗੇ ਹੱਥ, ਉਹ ਤਿਲਮਲਾ ਉੱਠਿਆ। ਉਹਨੇ ਜ਼ਕਰੀਆ ਖਾਨ ਤੋਂ ਪੁੱਛਿਆ ਸੀ ਇਹ ਕੌਣ ਨੇ। ਉਹ ਦਿੱਲੀ ਤੱਕ ਗਿਆ, ਮੇਰੇ ਰਸਤੇ ਅੱਗੇ ਕੋਈ ਨਹੀਂ ਆਇਆ, ਇਹ ਕੌਣ ਨੇ। ਉਹ ਕਹਿੰਦੇ ਜੀ ਇਹ ਗੁਰੂ ਕੇ ਸਿੰਘ ਨੇ, ਇਹਨਾਂ ਦੇ ਟਿਕਾਣੇ, ਇਹਨਾਂ ਦੇ ਘਰ। ਉਹ ਕਹਿੰਦੇ ਜੀ ਇਹਨਾਂ ਦੇ ਕੋਈ ਪੱਕੇ ਨਹੀਂ, ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਹੀ ਦਿਨ ਲੰਘਾ ਲੈਂਦੇ ਨੇ, ਆਪਦਾ ਸਮਾਂ ਕੱਢ ਲੈਂਦੇ ਨੇ। ਇਹਨਾਂ ਦੀ ਛਾਉਣੀ, ਉਹ ਕਹਿੰਦਾ ਕੋਈ ਛਾਉਣੀ ਨਹੀਂ, ਜਿੱਥੇ ਚਾਰ ਇਕੱਠੇ ਹੋ ਗਏ ਉਹੀ ਛਾਉਣੀ ਆ। ਉਹ ਕਹਿੰਦਾ ਇਹਨਾਂ ਦਾ ਪਹਿਰਾਵਾ, ਉਹ ਕਹਿੰਦਾ ਪਹਿਰਾਵੇ ਬਾਰੇ ਤਾਂ ਮੈਂ ਇੰਨਾ ਕੀ ਜਾਣਦਾ, ਤੇੜ ਕਸ਼ਹਿਰਾ, ਸਿਰ ਤੇ ਦਸਤਾਰਾ, ਇੱਕ ਪੂਰਾ, ਹੋਰ ਲੋਚਦੇ ਵੀ ਨਹੀਂ। ਇਹ ਤਿੰਨ ਕੱਪੜਿਆਂ ਨਾਲ ਸਰਦੀ ਸਿਆਲ ਕੱਢ ਲੈਂਦੇ ਨੇ। ਹਾਂ, ਇੱਕ ਇਹਨਾਂ ਦੇ ਵਿੱਚ ਖੂਬੀ ਆ, ਹਥਿਆਰ ਇਹਨਾਂ ਕੋਲੇ ਜਿੰਨੇ ਵੀ ਹੁਣ ਓਨੇ ਹੀ ਥੋੜੇ ਨੇ। ਉਦੋਂ ਬਾਅਦ ਦੇ ਵਿੱਚ ਆਹ ਬੋਲ ਬੋਲੇ ਸੀ ਉਸ ਨਾਦਰ ਸ਼ਾਹ ਨੇ, ਕਹਿੰਦਾ ਉਹ ਜ਼ਕਰੀਆ ਖਾਨ, ਜੇ ਇਹ ਲੋਕ ਇਹੋ ਜਿਹੇ ਨੇ ਫਿਰ ਇਹਨਾਂ ਕੋਲੋਂ ਮੈਨੂੰ ਬਾਦਸ਼ਾਹੀ ਦੀ ਬੋ ਆ ਰਹੀ ਹੈ, ਇਹਨਾਂ ਕੋਲੋਂ। ਉਹਦੇ ਬੋਲ ਸੱਚੇ ਹੋਏ, ਤੁਸੀਂ ਰਾਜ ਭਾਗ ਦੇ ਮਾਲਕ ਬਣੇ ਹੋ। ਹੁਣ ਸਵਾਲ ਇਹ ਵਾਰ-ਵਾਰ ਪੈਦਾ ਹੁੰਦੇ ਨੇ, ਤੁਹਾਨੂੰ ਹੀ ਟਾਰਗੇਟ ਕਿਉਂ ਬਣਾਇਆ ਜਾ ਰਿਹਾ ਦੇਸ਼ ਦੇ ਵਿੱਚ? ਇਹ ਪੰਜਾਬੀਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ? ਵੇਖੋ, ਉਹਨਾਂ ਦੀ ਅੱਖ
ਲਿਬਾਸ ਤੇ ਆ, ਉਹਨਾਂ ਦੀ ਅੱਖ ਤੁਹਾਡੇ ਪਹਿਰਾਵੇ ਤੇ ਆ, ਉਹਨਾਂ ਦੀ ਅੱਖ ਤੁਹਾਡੀਆਂ ਦਾੜੀ ਦਾੜਿਆਂ ਤੇ ਆ, ਉਹਨਾਂ ਦੀ ਅੱਖ ਪੰਜਾਬ ਦੀ ਪਾਣੀਆਂ ਤੇ ਆ, ਉਹਨਾਂ ਦੀ ਅੱਖ ਪੰਜਾਬ ਦੀ ਬਿਜਲੀ ਤੇ ਆ, ਉਹਨਾਂ ਦੀ ਅੱਖ ਪੰਜਾਬ ਦੀ ਜਵਾਨੀ ਤੇ ਆ, ਉਹਨਾਂ ਦੀ ਅੱਖ ਦਰਸ਼ੀ ਡਿਓੜੀ ਦੇ ਦਰਵਾਜ਼ਿਆਂ ਤੇ ਆ, ਉਹਨਾਂ ਦੀ ਅੱਖ ਤੁਹਾਡੀਆਂ ਜ਼ਮੀਨਾਂ ਤੇ ਆ, ਉਹਨਾਂ ਦੀ ਅੱਖ ਤੁਹਾਡੀ ਜਵਾਨੀ ਤੇ ਆ। ਉਹ ਐਡੇ ਬਦਨੀਤੇ ਨੇ। ਇਹ ਅੱਖ ਕਿਉਂ ਰੱਖੀਏ? ਵੇਖੋ ਹੈ ਤਾਂ ਵੇਖੋ ਜੱਗੋ 13ਵੀਂ ਵਾਰੀ ਸਾਡੇ ਨਾਲ ਗੱਲ ਆ। ਮੇਰੇ ਤੋਂ ਪਹਿਲਾਂ ਜਿੱਥੇ ਜਾਗੋ ਵਾਲਾ ਜੱਥਾ ਕਵੀਸ਼ਰੀ ਜੱਥਾ ਕਲਕਲਾਂ ਤੋਂ ਹਾਜ਼ਰੀ ਭਰ ਕੇ ਗਏ ਨੇ, ਉੱਥੇ ਮੇਰੇ ਵੀਰ ਲਖਵੀਰ ਸਿੰਘ ਜੀ ਕੋਮਲ ਆਲਮ ਵਾਲੇ ਤੋਂ ਬਹੁਤ ਵੱਡੇ ਲਿਖਾਰੀ ਨੇ, ਉਹ ਮਾਣ ਵੀ ਕਰਦੇ ਨੇ। ਮੇਰਾ ਫੇਸਬੁੱਕ ਜਿਹੜਾ ਫਰੈਂਡ ਆ ਬਲਵੀਰ ਸਿੰਘ ਜੀ ਸਿਰਸੇ ਤੋਂ ਕੁਦਰਤੀ ਮਿਲਾਪ ਹੋਇਆ, ਉਹ ਵੀ ਮਾਣ ਕਰਦੇ ਨੇ। ਤੇ ਮੇਰੇ ਨਗਰ ਤੋਂ ਇੱਥੇ ਪਹਿਲਾਂ ਮੋਰਚੇ ਦੇ ਵਿੱਚ ਹਾਜ਼ਰੀ ਵੀ ਕਰਕੇ ਗਏ ਮਾਸਟਰ ਮਨਦੀਪ ਸਿੰਘ ਜੀ ਪਮਾਲ ਅਤੇ ਮਾਸਟਰ ਸੁਖਵੰਤ ਸਿੰਘ ਜੀ ਪਮਾਲ, ਸਤਵਿੰਦਰਜੀਤ ਸਿੰਘ ਪੱਪੂ ਪਮਾਲ, ਸਾਰੇ ਅਸੀਂ ਹਾਜ਼ਰੀਆਂ ਭਰ ਰਹੇ ਹਾਂ। ਤੇ ਗੁਰੂ ਮਹਾਰਾਜ ਕਿਰਪਾ ਕਰੇ, ਕਿਉਂਕਿ ਦੀਪ ਸਿੱਧੂ ਵਰਗੇ ਨੌਜਵਾਨਾਂ ਨੇ ਜਿਨ੍ਹਾਂ ਨੇ ਬੀੜਾ ਚੁੱਕਿਆ, ਮੇਰਾ ਵੀਰ ਆ ਵੀ ਗਿਆ ਹਾਜ਼ਰੀ ਆ ਉਸ ਦੀ ਇਸ ਮੋਰਚੇ ਦੇ ਵਿੱਚ, ਕਿਉਂਕਿ ਉਤਸ਼ਾਹ ਇਹ ਵੀਰ ਦੇ ਅੰਦਰ ਵੇਖਣ ਵਾਲਾ। ਲਓ ਹੁਣ ਧਿਆਨ ਨਾਲ ਸੁਣਿਓ, ਮੈਂ ਇੱਕ ਗੱਲ ਕਹਿਣ ਲੱਗਿਆ, ਬਹੁਤ ਕਮਾਲ ਦੀ ਗੱਲ ਏ। ਜੇ ਦੁੱਧ ਦੇ ਵਿੱਚ ਉਬਾਲ ਆ ਜਾਵੇ ਨਾ, ਦੁੱਧ 'ਚ ਉਹ ਚੁੱਲ੍ਹੇ ਦੀ ਅੱਗ ਬੁਝਾ ਦਿੰਦਾ, ਚੁੱਲ੍ਹੇ ਦੀ ਅੱਗ, ਦੁੱਧ 'ਚ ਉਬਾਲ ਆ ਜਾਵੇ। ਪਰ ਜਦੋਂ ਲਹੂ ਦੇ ਵਿੱਚ ਉਬਾਲ ਆ ਜਾਵੇ, ਲਹੂ ਦੇ ਵਿੱਚ ਉਹ ਇਨਕਲਾਬ ਲਿਆ ਦਿੰਦਾ ਏ। ਜਿਹੜਾ ਲਹੂ ਦਾ ਉਬਾਲ ਆ ਉਹ ਬੰਦੇ ਨੂੰ ਸੰਘਰਸ਼ ਵਾਲੇ ਰਾਹ ਤੇ ਤੋਰ ਦਿੰਦਾ ਏ। ਇਤਿਹਾਸ ਦਾ ਪੱਖ ਵੇਖਿਓ, ਲਹੂ ਦੇ ਵਿੱਚ ਹੀ ਉਬਾਲ ਆਇਆ ਹੋਇਆ ਸੀ। ਜਦੋਂ ਭਾਈ ਦਿਆਰਾਮ ਕਹਿੰਦਾ ਸੀ ਦਾਤਾ ਮੇਰਾ ਸਿਰ ਹਾਜ਼ਰ ਆ, ਉਹਦੇ ਲਹੂ 'ਚ ਹੀ ਉਬਾਲ ਆਇਆ ਹੋਇਆ ਸੀ। ਉਹ ਲਹੂ ਦੇ ਵਿੱਚ ਹੀ ਉਬਾਲ ਆਇਆ ਹੋਇਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਦਾਤਾ ਮੈਂ ਬਰਾਕੀ ਨਹੀਂ ਰਹਿਣਾ, ਹੁਣ ਮੈਂ ਗੁਰੂ ਦਾ ਸਿੰਘ ਸਜਣਾ। ਲਹੂ ਦੇ ਵਿੱਚ ਹੀ ਉਬਾਲ ਸੀ ਜਦੋਂ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਕਹਿੰਦਾ ਸੀ, ਕਹਿੰਦਾ ਮੈਂ ਲਕੀਰ ਖਿੱਚਦਾ, ਇਹਨੂੰ ਛਾਲ ਮਾਰ ਕੇ ਉਹ ਟਪਿਓ। ਉਹਦੇ ਲਹੂ ਦੇ ਵਿੱਚ ਹੀ ਉਬਾਲ ਸੀ, ਲਹੂ ਦੇ ਵਿੱਚ ਹੀ ਉਬਾਲ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿੱਚ, ਜਿਹੜੇ ਕਹਿੰਦੇ ਸੀ ਸਾਡੇ ਕੋਲੇ ਕੇਵਲ ਜਾਨ ਆ, ਅਸੀਂ ਉਹ ਜਾਨ ਆਪਦੇ ਤਖਤ ਵਾਸਤੇ ਲਾ ਦਿਆਂਗੇ। ਇਹ ਦੀਪ ਸਿੱਧੂ ਇਹ ਲਹੂ ਦੇ ਵਿੱਚ ਹੀ ਉਬਾਲ ਆ ਨਾ, ਜਿਨ੍ਹਾਂ ਨੇ ਫੈਸਲਾ ਕਰ ਲਿਆ ਅਸੀਂ ਜੂਝਣਾ, ਅਸੀਂ ਕਿਸਾਨੀ ਦੇ ਹੱਕਾਂ ਵਾਸਤੇ। ਵੇਖੋ ਸਾਗ ਦੀ ਤੌੜੀ ਖਾ ਕੇ ਸੌਂਦੇ ਉਹ ਨੇ ਰਾਤ ਨੂੰ ਜਿਹੜੇ ਬੇਫਿਕਰੇ ਹੋਣ, ਪਰ ਜਿਨ੍ਹਾਂ ਨੂੰ ਕੋਈ ਚਿੰਤਾ ਹੋਵੇ ਨਾ, ਜਿਨ੍ਹਾਂ ਦਾ ਘਰ ਲੁੱਟਿਆ ਜਾਂਦਾ ਹੋਵੇ, ਉਹ ਕਦੇ ਸੌਂਦੇ ਨਹੀਂ। ਨਾਲੇ ਅਟਲ ਸੱਚਾਈ ਆ, ਜਿਹੜੇ ਜਾਗਦੇ ਨੇ ਘਰ ਉਹਨਾਂ ਦੇ ਬੱਚੇ ਨੇ, ਜਿਹੜੇ ਸਿਰਹਾਣੇ ਬਾਹਰ ਰੱਖ ਕੇ ਘੂਕ ਸੌਂ ਜਾਣ, ਉਹਨਾਂ ਨੂੰ ਜੱਗ ਦੀ ਦੁਨੀਆ ਦੀ ਕੋਈ ਪਰਵਾਹ ਨਾ ਹੋਵੇ, ਉਹ ਲੁੱਟ ਪੁੱਟ ਜਾਂਦੇ ਨੇ, ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਚੋਰਾਂ ਨੇ ਛਾਲਾਂ ਮਾਰੀਆਂ, ਮੀਆਂ ਬੀਬੀ ਜਾਗਦੇ ਹੀ ਸੀ, ਬਿੜਕ ਲੱਗੀ ਵੀ ਆ ਗਿਆ ਕੋਈ ਓਪਰਾ ਬੰਦਾ ਆ ਗਿਆ, ਨਾਲੇ ਜਾਗਦੇ ਸੀ ਨਾਲੇ ਚਲਾਕ ਸੀ। ਘਰ ਵਾਲਾ ਕਹਿੰਦਾ ਘਰ ਵਾਲੀ ਨੂੰ, ਕਹਿੰਦਾ ਜਿਹੜੀ 3 ਤੋਲੇ ਦੀ ਮੁੰਦਰੀ ਬਣਾ ਕੇ ਮੈਂ ਤੈਨੂੰ ਦਿੱਤੀ ਆ, ਚੰਗੀ ਤਰ੍ਹਾਂ ਸਾਂਭ ਕੇ ਰੱਖੀ ਆ ਨਾ ਸੰਦੂਕ 'ਚ? ਕਹਿੰਦੀ ਪਤੀ ਜੀ ਮੈਂ ਸੰਦੂਕ 'ਚ ਨਹੀਂ ਰੱਖੀ, ਮੈਂ ਵੀ ਚਲਾਕ ਆ, ਆ ਵਿਹੜੇ 'ਚ ਜਿਹੜਾ ਆਪਣੇ ਦਰਖਤਾਂ ਡੇਗਦਾ ਮੈਂ ਉਹਦੀ ਖੋੜ 'ਚ ਰੱਖੀ ਹੋਈ ਆ, ਕਿਸੇ ਨੂੰ ਨਹੀਂ ਪਤਾ ਲੱਗਣਾ। ਜਦੋਂ ਚੋਰਾਂ ਨੇ ਸੁਣੀ ਗੱਲ, ਕਹਿੰਦਾ ਕਿੱਡੇ ਬੇਵਕੂਫਾ, ਨਾਲੇ ਦੱਸੀ ਜਾਂਦੇ ਨਾਲੇ ਕਹਿੰਦੇ ਪਤਾ ਨਹੀਂ ਲੱਗਣਾ। ਉਹ ਕਹਿੰਦਾ ਆ ਅੰਦਰ ਐਵੇਂ ਗੋਡੇ ਬਣਾਉਂਦੇ ਫਿਰਾਂਗੇ। ਜਦੋਂ ਦਰਖਤ ਦੀ ਖੋੜ 'ਚ ਪਾਇਆ ਹੱਥ, ਉੱਥੇ ਭਰਿੰਡਾਂ ਦੀ ਖੱਖਰ ਲੱਗੀ ਸੀ, ਜਦੋਂ ਲੜੀਆਂ ਨਾ ਉਹਦੀ ਚੀਕ ਨਿਕਲ ਗਈ, ਕਹਿੰਦਾ ਹਾਏ ਮਰ ਗਿਆ। ਉਹਨੇ ਅੰਦਰੋਂ ਆਵਾਜ਼ ਦਿੱਤੀ, ਕਹਿੰਦਾ ਜੇ ਤਾਂਗਾ ਮੁੰਦਰੀ ਤਾਂ ਤੇਲ ਲਿਆਵਾਂ। ਜਿਹੜੇ ਜਾਗਦੇ ਆ ਘਰ ਉਹਨਾਂ ਦੇ ਬਚਦੇ ਆ, ਅੱਜ ਜਾਗਣ ਦੀ ਲੋੜ ਆ, ਨਹੀਂ ਲੁੱਟੇ ਜਾਓਗੇ। ਪਹਿਲਾਂ ਵੀ ਆਪਾਂ ਲੁੱਟੇ ਗਏ ਆ, ਪਹਿਲਾਂ ਬਚਿਆ ਹੀ ਕੀ ਆ ਆਪਣੇ ਕੋਲੇ? ਸਾਡਾ ਪਾਣੀ ਗਿਆ, ਬਿਜਲੀ ਗਈ। ਦੇਖੋ ਅਸੀਂ ਸੂਬਾ ਮੰਗਿਆ, ਉਹਨਾਂ ਨੇ 3 ਹਿੱਸੇ ਕੀਤੇ। ਅਸੀਂ ਪਾਣੀ ਦੀ ਗੱਲ ਕੀਤੀ, ਉਹਨਾਂ ਨੇ ਸਾਡੇ ਲਹੂ ਦੇ ਦਰਿਆ ਵਗਾ ਦਿੱਤੇ, ਲਹੂ ਦੇ ਦਰਿਆ। ਅਸੀਂ ਖੁਦ ਮੁਖਤਿਆਰੀ ਦੀ ਗੱਲ ਕੀਤੀ,
ਉਹਨਾਂ ਨੇ ਖੁਦ ਮੁਖਤਿਆਰੀ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਢਾ ਦਿੱਤਾ। ਅਕਾਲ ਤਖਤ ਸਾਹਿਬ ਢਾ ਦਿੱਤਾ। ਅਸੀਂ ਆਖਿਆ ਸਾਡੇ ਗੋਲੀਆਂ ਨਾ ਮਾਰਿਓ, ਉਹਨਾਂ ਨੇ ਗੋਲੀਆਂ ਵੀ ਮਾਰੀਆਂ ਅਤੇ ਖਰਚਾ ਵੀ ਤੁਹਾਡੇ ਤੇ ਪਾ ਦਿੱਤਾ। ਖਰਚਾ ਵੀ ਤੁਹਾਡੇ ਤੇ ਪਾ ਦਿੱਤਾ। ਜਦ ਸਾਡੇ ਹੱਥ ਕਿਰਪਾਨਾਂ ਦੇ ਕਬਜ਼ਿਆਂ ਨੂੰ ਗਏ ਤੇ ਉਹਨਾਂ ਨੇ ਉਹ ਬਾਹਾਂ ਹੀ ਗਾਲ ਦਿੱਤੀਆਂ ਟੀਕਿਆਂ ਨਾਲ। ਅੱਜ ਜਿਸ ਗੱਲ ਤੇ ਸਾਨੂੰ ਮਾਣ ਸੀ ਅੰਨਦਾਤਾ ਹੋਣ ਦਾ, ਅੱਜ ਸਾਡੀ ਹੋਂਦ ਨੂੰ ਖਤਮ ਕਰਨ ਵਾਸਤੇ ਤੁਲ ਪਏ ਨੇ। ਆ ਮੇਰੀ ਇੱਕ ਕਵਿਤਾ ਸੁਣਿਓ, ਕਿਉਂਕਿ ਅੱਜ ਆਗੂ ਯੋਗ ਆਗੂ ਵੱਲ ਸਾਰੀ ਵੇਖਦੇ ਆ ਵੀ ਕਿਹੜਾ ਇਹ ਜਿਹੜੀ ਸਾਡੀ ਕਿਸ਼ਤੀ ਆ ਪਾਰ ਲਗਾ ਦੇਵੇਗਾ, ਕਿਉਂਕਿ ਅੱਜ ਘਾਟ ਬਹੁਤ ਰੜਕਦੀ ਆ ਸਾਨੂੰ ਆਗੂ ਦੀ। ਭਾਈ ਗੁਰਦਾਸ ਜੀ ਨੇ ਵਾਰ ਲਿਖੀ ਆ, ਉਹ ਕਹਿੰਦੇ ਜੇ ਮਾਓ ਪੁੱਤੇ ਵਿਸ਼ ਦੇ ਤਿਸ ਤੇ ਕਿਸ ਪਿਆਰਾ, ਜੇ ਘਰ ਭੰਨੇ ਪਾਹਰੂ ਕੌਣ ਰੱਖਣ ਹਾੜਾ, ਜੇ ਬੇੜੀ ਡੋਬੇ ਪਾਤਨੀ ਕੌਣ ਪਾਰ ਉਤਾਰਾ, ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ। ਉਹ ਕਹਿੰਦੇ ਜੇ ਮਾਂ ਪੁੱਤ ਨੂੰ ਜ਼ਹਿਰ ਦੇਵੇ ਉਹ ਕਿਹਨੂੰ ਪਿਆਰਾ, ਮਾਂ ਪੁੱਤ ਨੂੰ ਜ਼ਹਿਰ ਦੇਵੇ। ਜੇ ਘਰ ਦਾ ਮਾਲਕ ਬੇਈਮਾਨ ਹੋ ਜਾਵੇ, ਘਰ ਦੀਆਂ ਚੀਜ਼ਾਂ ਵੇਚਣ ਲੱਗ ਜਾਵੇ, ਜਾ ਕੇ ਘਰ ਨਹੀਂ ਕਦੇ ਬਚਦੇ। ਜੇ ਬੇੜੀ ਦਾ ਮਲਾ ਆਖੇ ਮੈਂ ਤਾਂ ਬੇੜੀ ਡੋਬਣੀ ਆ, ਉਹ ਪਾਰ ਕਿਵੇਂ ਲੱਗੇਗੀ। ਜੇ ਆਗੂ ਹੀ ਗਲਤ ਰਸਤੇ ਨੂੰ ਲੈ ਕੇ ਤੁਰ ਪਵੇ, ਫਿਰ ਉਹ ਕੌਮ ਦਾ ਦੇਸ਼ ਦਾ ਭਵਿੱਖ ਕੀ ਹੋਵੇਗਾ। ਸਾਡੇ ਆਗੂ ਹੀ ਪੱਲੇ ਮਾੜੇ ਪਏ, ਆਗੂ ਪੱਲੇ ਮਾੜੇ ਪਏ ਸਾਡੇ। ਆ ਤਾਂ ਅਸੀਂ ਅੱਜ ਰੋ ਰਹੇ ਹਾਂ, ਤਾਂ ਅਸੀਂ ਇੰਨਾ ਕੁਝ ਕਰਵਾ ਕੇ ਆ ਮੋਰਚੇ ਲੱਗਦੇ ਨੇ, ਕਿਉਂਕਿ ਯੋਗ ਆਗੂ ਨਹੀਂ ਸੀ। ਮੇਰੇ ਬਾਜਾਂ ਵਾਲੇ ਮਾਹੀ ਦਾ ਕਵਿਤਾ ਸੁਣਿਓ। ਸਾਡੇ ਤੇ ਜ਼ੁਲਮੀ ਹਨੇਰੀਆਂ ਝੁੱਲੀਆਂ, ਸਾਡੇ ਤੇ ਤਬਾਹੀ ਦੇ ਤੂਫਾਨ ਆਏ, ਸਾਡੀਆਂ ਮਾਵਾਂ ਰੋਈਆਂ, ਸਾਡੇ ਬੱਚਿਆਂ ਨੇ ਚੀਕਾਂ ਮਾਰੀਆਂ, ਸਾਡੀ ਬਜ਼ੁਰਗੀ ਪੈਰਾਂ ਥੱਲੇ ਰੁਲਦੀ ਰਹੀ, ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ, ਪਰ ਸਾਡੇ ਬੇਜ਼ਮੀਰੇ ਬੇਗੈਰਤ ਜ਼ਰ ਖਰੀਦ ਕੌਲੀ ਚੱਟ ਬਕਾਊ ਮਾਲ ਚੌਧਰਾਂ ਦੇ ਭੁੱਖੇ ਕੁਨਬਾ ਪਾਲਣ ਵਾਲੇ ਲੀਡਰਾਂ ਦੇ ਕੰਨ ਤੇ ਜੂੰ ਨਾ ਸਰਕੀ। ਜੂੰ ਵੀ ਆ ਖੁਦਗਰਜ਼ ਲੀਡਰਾਂ ਦੀ ਗੱਲ ਹੈ। ਸਾਨੂੰ ਇੱਕੋ ਸੰਤ ਬਥੇਰਾ ਸੀ ਜਿਹੜਾ ਨਹੀਂ ਛੱਡਿਆ ਸਰਕਾਰਾਂ ਨੇ। ਮੇਰੇ ਬਾਜਾਂ ਵਾਲੇ ਮਾਹੀ ਦਾ ਇਹ ਲੁੱਟ ਲਿਆ ਪੰਥ ਗਦਾਰਾਂ ਨੇ, ਢਾਡੀ ਜੱਥਾ ਪਮਾਲ ਦਾ ਇਹੋ ਗੱਲ ਹੈ। ਸਮਿਆਂ ਦੀਆਂ ਮਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਲੁੱਟ ਲਿਆ ਪੰਥ ਗਦਾਰਾਂ ਨੇ, ਲੁੱਟ ਲਿਆ ਪੰਥ ਗਦਾਰਾਂ ਨੇ। ਅਸੀਂ ਇੱਕ ਸੱਜਣ ਨੂੰ ਭੁੱਲੇ ਨਹੀਂ, ਹੁਣ ਘਰ ਘਰ ਸੱਜਣ ਫਿਰਦੇ ਨੇ, ਤੇ ਵਸਤਰ ਪਾਉਂਦੇ ਤਨ ਉੱਤੇ ਪਰ ਅੰਦਰੋਂ ਕਾਲੇ ਹਰਦੇ ਨੇ। ਅਸੀਂ ਇੱਕ ਸੱਜਣ ਨੂੰ ਭੁੱਲੇ ਨਹੀਂ, ਹੁਣ ਘਰ ਘਰ ਸੱਜਣ ਫਿਰਦੇ ਨੇ, ਤੇ ਵਸਤਰ ਪਾਉਂਦੇ ਤਨ ਉੱਤੇ ਪਰ ਅੰਦਰੋਂ ਕਾਲੇ ਹਰਦੇ ਨੇ। ਪਰ ਅੰਦਰੋਂ ਭੇਖ ਹਜ਼ਾਰਾਂ ਨੇ, ਮੇਰੇ ਬਾਜਾਂ ਵਾਲੇ ਮਾਹੀ ਦਾ ਲੁੱਟ ਲਿਆ ਪੰਥ ਗਦਾਰਾਂ ਨੇ, ਲੁੱਟ ਲਿਆ ਪੰਥ ਗਦਾਰਾਂ ਨੇ।
ਬੰਦ ਕਰ ਲਿਆ ਜੇਲਾਂ ਦੀਆਂ ਚਾਰ ਦੀਵਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਏ ਲੁੱਟ ਲਿਆ ਪੰਥ ਗਦਾਰਾਂ ਨੇ ਲੁੱਟ ਲਿਆ ਪੰਥ ਗਦਾਰਾਂ ਨੇ ਸੰਤ ਅਖਵਾਉਂਦੇ ਨੇ ਇਹ ਹੁਕਮ ਬਜਾਉਂਦੇ ਦਿੱਲੀ ਦਾ ਪਰ ਪੰਥ ਕਰ ਲਾਉਂਦੇ ਨੇ ਕੁਝ ਟੋਲੇ ਫਿਰਦੇ ਸਾਧਾਂ ਦੇ ਜੋ ਸੰਤ ਅਖਵਾਉਂਦੇ ਨੇ ਇਹ ਹੁਕਮ ਬਜਾਉਂਦੇ ਦਿੱਲੀ ਦਾ ਪਰ ਪੰਥ ਕਰ ਲਾਉਂਦੇ ਨੇ ਸਾਨੂੰ ਇੱਕੋ ਸੰਤ ਬਥੇਰਾ ਸੀ ਜਿਹਨੂੰ ਛੱਡਿਆ ਨਹੀਂ ਸਰਕਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਏ ਲੁੱਟ ਲਿਆ ਪੰਥ ਗਦਾਰਾਂ ਨੇ ਲੁੱਟ ਲਿਆ ਪੰਥ ਗਦਾਰਾਂ ਨੇ ਜਥੇਦਾਰ ਅਖਵਾਉਂਦੇ ਨੇ ਪਰ ਠੇਕੇਦਾਰ ਸ਼ਰਾਬਾਂ ਦੇ ਐਸਪਰਸਤੀ ਕਰਦੇ ਨੇ ਤੇ ਪੂਰੇ ਟੌਰਸ ਨਾਬਾਂ ਦੇ ਕਈ ਜਥੇਦਾਰ ਅਖਵਾਉਂਦੇ ਨੇ ਪਰ ਠੇਕੇਦਾਰ ਸ਼ਰਾਬਾਂ ਦੇ ਐਸਪਰਸਤੀ ਕਰਦੇ ਨੇ ਤੇ ਪੂਰੇ ਟੌਰਸ ਨਾਬਾਂ ਦੇ ਸਿੱਖੀ ਖਾਤਰ ਉਜੜ ਗਏ ਇਹਨਾਂ ਦੇ ਘਰੀ ਬਹਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਏ ਲੁੱਟ ਲਿਆ ਪੰਥ ਗਦਾਰਾਂ ਨੇ ਲੁੱਟ ਲਿਆ ਪੰਥ ਗਦਾਰਾਂ ਨੇ ਤੈਂ ਕਰਦਾ ਤਾ ਜੇ ਆ ਸਕਦਾ ਹੈ ਤਾਂ ਆਦਾਤਾ ਇਹ ਸਿੱਖ ਫੁਲਵਾੜੀ ਵਧੇ ਫੁੱਲੇ ਸਿੱਖਾਂ ਦੇ ਖਾਨੇ ਪਾਦਾਤਾ ਕੁਝ ਕਰ ਸਕਦਾ ਤੈਂ ਕਰਦਾ ਤਾ ਜੇ ਆ ਸਕਦਾ ਹੈ ਤਾਂ ਆਦਾਤਾ ਇਹ ਸਿੱਖ ਫੁਲਵਾੜੀ ਵਧੇ ਫੁੱਲੇ ਸਿੱਖਾਂ ਦੇ ਖਾਨੇ ਪਾਦਾਤਾ ਹਾਕਮ ਨੂੰ ਕਹਿਲ ਸੁਣਾਵੇ ਕਿ ਜਿੱਥੇ ਵੱਜਦੇ ਢੋਲ ਹਜ਼ਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਏ ਲੁੱਟ ਲਿਆ ਪੰਥ ਗਦਾਰਾਂ ਨੇ ਮੇਰੇ ਬਾਜਾਂ ਵਾਲੇ ਮਾਹੀ ਦਾ ਏ ਲੁੱਟ ਲਿਆ ਪੰਥ ਗਦਾਰਾਂ ਨੇ ਲੁੱਟ ਲਿਆ ਪੰਥ ਗਦਾਰਾਂ ਨੇ ਲੁੱਟ ਲਿਆ ਪੰਥ ਗਦਾਰਾਂ ਨੇ ਕੁਹਾੜੀ ਨੇ ਜੰਗਲ ਨੂੰ ਕੱਟ ਕੇ ਕਿਲਕਾਰੀ ਮਾਰ ਕੇ ਆਖਿਆ ਸੀ ਕਹਿੰਦੀ ਆ ਪਿਆ ਮੂਧਾ ਮਾਰਿਆ ਜੰਗਲ ਨੂੰ ਕਹਿੰਦੀ ਜੰਗਲ ਨੇ ਜਵਾਬ ਦਿੱਤਾ ਕਹਿੰਦਾ ਕੁਹਾੜੀਏ ਤੇਰੇ ਵਿੱਚ ਕੀ ਹਿੰਮਤ ਸੀ ਤੂੰ ਮੈਨੂੰ ਮੂਧਾ ਪਾ ਦਿੰਦੀ ਜੇ ਮੇਰੇ ਵਿੱਚੋਂ ਹੀ ਆ ਤੇਰੇ ਵਿੱਚ ਪਿਆ ਹੋਇਆ ਦਸਤਾ ਮੇਰੇ ਨਾਲ ਗਦਾਰੀ ਨਾ ਕਰਦਾ ਕਹਿੰਦਾ ਤੇਰੇ 'ਚ ਕੀ ਹਿੰਮਤ ਸੀ ਇਸ ਲਈ ਵੀਰੋ ਜਦੋਂ ਗਦਾਰੀ ਕਰਦੇ ਆ ਕਹਾਵਤ ਆਪਾਂ ਸੁਣਦੇ ਆ ਘਰ ਦਾ ਭੇਤੀ
ਲੰਕਾ ਢਾਏ। ਬਸ ਗਦਾਰ ਨਾ ਹੋਣ, ਸਾਨੂੰ ਮਾਰ ਹੀ ਗਦਾਰਾਂ ਤੋਂ ਪਈ। ਗਦਾਰੀ ਦਾ ਘੁਣ ਸਾਨੂੰ ਖਾ ਗਿਆ। ਜਿਹੜੇ ਗਦਾਰ ਨੇ, ਕੌਮ ਘਾਤੀ ਨੇ, ਉਹ ਕੌਮਾਂ ਦਾ ਘਾਤ ਕਰਿਆ ਕਰਦੇ ਨੇ। ਜਿਹੜੇ ਸੂਰਮੇ ਨੇ, ਜਿਹੜੇ ਯੋਧੇ ਨੇ, ਉਹ ਕੌਮਾਂ ਨੂੰ ਸਰਬੁਲੰਦੀਆਂ ਤੇ ਪਹੁੰਚਾਇਆ ਕਰਦੇ ਨੇ। ਇੰਨਾ ਫਰਕ ਹੈ। ਹੁਣ ਇੱਥੇ ਜਿਹੜੇ ਆ ਰਹੇ ਨੇ, ਜਿਉਂਦੀ ਜ਼ਮੀਰ ਵਾਲੇ, ਜਾਗਦੀ ਜ਼ਮੀਰ ਵਾਲੇ ਆ ਰਹੇ ਨੇ। ਸੰਤ ਬਾਬਾ ਜਰਨੈਲ ਸਿੰਘ ਦੀਆਂ ਲਾਈਨਾਂ ਵਾਰ-ਵਾਰ ਦੁਹਰਾਈਆਂ ਜਾਂਦੀਆਂ। ਹਾਂ, ਕਈਆਂ ਨੇ ਸੱਜੇ ਪਈਆਂ ਖੱਬੇ ਕਰਤੀਆਂ, ਖੱਬੇ ਪਈਆਂ ਸੱਜੇ ਕਰਤੀਆਂ, ਇਹ ਵੱਖਰੀ ਗੱਲ ਆ। ਪਰ ਜਿਨ੍ਹਾਂ ਨੇ ਵੀਰੋ, ਕਈਆਂ ਨੇ ਤਾਂ ਕਾਪੀਆਂ 'ਚ ਨੋਟ ਕੀਤੀਆਂ। ਨੋਟ ਕਿਹਨਾਂ ਨੇ ਕੀਤੀਆਂ? ਆ ਜਿਹੜੇ ਸਾਡੇ ਹੁਣ ਪਿੱਛੇ ਪਏ ਹੋਏ ਨੇ। ਬਈ ਇਹ ਸੰਤ ਐਵੇਂ ਨਹੀਂ ਕਹਿੰਦਾ। ਉਹਨੇ ਵਾਰ-ਵਾਰ ਇਹੀ ਆਖਿਆ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਆਪਦੀਆਂ ਜ਼ਮੀਰਾਂ ਨਾ ਮਰਨ ਦਿਓ, ਇਹ ਜ਼ਮੀਰਾਂ ਨੂੰ ਜਿਉਂਦਾ ਰੱਖੋ, ਕਿਉਂਕਿ ਜ਼ਮੀਰਾਂ ਨੂੰ ਜਿਉਂਦਾ ਰੱਖੋਗੇ ਤਦ ਗੱਲ ਬਣਨੀ ਆ। ਇਹ ਜਿਹੜੀ ਸਾਰੀ ਖੇਡ ਖੇਡੀ ਜਾ ਰਹੀ ਆ ਨਾ, ਜਿਹੜੀ ਮੁੱਢ ਤੋਂ ਹੀ ਖੇਡੀ ਜਾ ਰਹੀ ਆ। ਵੇਖੋ, ਮੁੱਢ ਦੇ ਵਿੱਚ ਗਦਾਰੀਆਂ ਦਾ ਜਿਹੜਾ ਮੁੱਢ ਉਦੋਂ ਹੀ ਵੱਜ ਗਿਆ ਸੀ ਬਲਦੇਵ ਸਿੰਘ ਦੇ ਮੌਕੇ। ਬਲਦੇਵ ਸਿੰਘ ਨੇ ਇੱਕ ਮੰਜੇ ਤੇ ਪਏ ਨੇ ਗੱਲ ਕਹੀ ਸੀ, ਉਹ ਅੱਜ ਵੀ ਗੱਲ ਐਨ ਸੱਚੀ ਸਾਬਤ ਹੋ ਰਹੀ ਹੈ। ਹਜੇ ਪਤਾ ਨਹੀਂ ਕਿੰਨਾ ਚਿਰ ਸੱਚੀ ਸਾਬਤ ਹੋਈ ਜਾਣੀ ਆ। ਉਹ ਅੱਜ ਵੀ ਸੱਚੀ ਸਾਬਤ ਹੋ ਰਹੀ ਹੈ ਜਿਹੜੀ ਬਲਦੇਵ ਸਿੰਘ ਨੇ ਗੱਲ ਕਹੀ। ਬਲਦੇਵ ਸਿੰਘ ਬਿਮਾਰ ਪਿਆ। ਬਿਮਾਰ ਕਿਉਂ ਪਿਆ? ਕਿਉਂਕਿ ਉਹਨੇ ਜੋ ਕੁਝ ਕੀਤਾ ਕੌਮ ਦੇ ਨਾਲ ਨਾ, ਉਹ ਆਪਾਂ ਸਾਰੇ ਜਾਣਦੇ ਹਾਂ। ਮਿਸਟਰ ਜਿਨਾਹ ਗਿਆ, ਨਹਿਰੂ ਗਿਆ, ਬਲਦੇਵ ਸਿੰਘ ਗਿਆ। ਬੜਾ ਰੋਕਿਆ ਸੀ ਬਲਦੇਵ ਸਿੰਘ, ਰੁਕ ਜਾ, ਰੁਕ ਜਾ ਬਲਦੇਵ ਸਿੰਘ, ਇਹਨਾਂ ਦਾ ਹਿੰਦੁਸਤਾਨ ਬਣਨਾ, ਇੱਕ ਦਾ ਪਾਕਿਸਤਾਨ ਬਣਨਾ, ਤੁਹਾਡਾ ਕੁਝ ਨਹੀਂ ਬਣਦਾ, ਤੁਹਾਡਾ ਉਜਾੜਾ ਹੀ ਨਜ਼ਰ ਆਉਂਦਾ, ਤੂੰ ਰੁਕ ਜਾ। ਉਹ ਐਡਾ ਘੁੱਗੂ ਸੀ, ਕਹਿੰਦਾ ਰੁਕਿਆ ਨਹੀਂ। ਜਦੋਂ ਨਾ ਰੁਕਿਆ ਅਤੇ ਨਹਿਰੂ ਲੈ ਗਿਆ। ਵੀਰਦੀਪ ਸਿੰਘ ਜੀ ਸਿੱਧੂ ਆਏ ਨੇ। ਵੀਰ ਜੀ, ਇੱਕ ਨਾ ਬੁੱਕ ਅਸੀਂ ਤਿਆਰ ਕੀਤੀ ਆ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੈਰ ਸੰਵਿਧਾਨਕ ਲੁੱਟ। ਇਹ ਕਿਉਂਕਿ ਅਸੀਂ ਲੈ ਕੇ ਆਏ ਆ, ਇਹ ਉਹ ਵੀਰ ਆਪਣੇ ਆਪ ਹੀ ਲੈ ਜਾਣਗੇ ਜਿਨ੍ਹਾਂ ਨੇ ਪੜ੍ਹਨੀ ਆ। ਹੁਣ ਤੱਕ 1955 ਤੋਂ ਲੈ ਕੇ ਜਿੰਨੇ ਵੀ ਲੇਖ, ਜਿੰਨੇ ਵੀ ਮੈਗਜ਼ੀਨਾਂ ਵਿੱਚ, ਅਖਬਾਰਾਂ ਦੇ ਵਿੱਚ ਇਹ ਛਪੇ ਨੇ ਪਾਣੀਆਂ ਦੇ ਬਾਰੇ, ਵੀ ਸਾਡੇ ਨਾਲ ਕੀ ਕੁਝ ਹੋਇਆ, ਉਹ ਸਾਰੇ ਲੇਖ ਇਸ ਦੇ ਵਿੱਚ ਦਰਜ ਨੇ। ਇਹ ਪੜ੍ਹਨ ਵਾਲੀ ਆ, ਕਿਉਂਕਿ ਇਸ ਪੱਖੋਂ ਅਸੀਂ ਬੜੇ ਅਵੇਸਲੇ, ਸਾਨੂੰ ਪਤਾ ਹੀ ਨਹੀਂ ਬਈ ਸਾਡੇ ਨਾਲ ਕੀ ਹੋ ਗਿਆ। ਤੇ ਇਹ ਬੁੱਕ ਜਿਨ੍ਹਾਂ ਮੇਰੇ ਵੀਰਾਂ ਨੇ ਪੜ੍ਹਨੀਆਂ ਉਹ ਜ਼ਰੂਰ ਲੈ ਕੇ ਜਾਇਓ। ਅੱਲਾ ਹੁਣ ਸੁਣਿਓ ਬਲਦੇਵ ਸਿੰਘ ਦੀ। ਜਦੋਂ ਨਾ ਰੁਕਿਆ, ਉਹਨਾਂ ਨੇ ਮੱਥੇ ਹੱਥ ਮਾਰ ਕੇ ਕਿਹਾ ਸੀ, ਕਹਿੰਦਾ ਬਲਦੇਵ ਸਿੰਘ ਫਿਰ ਚੱਲ, ਫਿਰ ਜਾ। ਫਿਰ ਇੱਕ ਗੱਲ ਯਾਦ ਰੱਖੀ, ਤੂੰ ਗੁਲਾਮ ਵੇਖੇ ਨੇ, ਰਾਜ ਭਾਗ ਦੇ ਮਾਲਕ ਨਹੀਂ ਵੇਖੇ। ਉਹ ਅੱਜ ਆਪਾਂ ਸਾਰਾ ਕੁਝ ਭੁਗਤ ਰਹੇ ਹਾਂ। ਕਹਿੰਦੇ ਬਲਦੇਵ ਸਿੰਘ ਬਿਮਾਰ ਪੈ ਗਿਆ। ਆਪਣੇ ਘਰ ਦਾ ਕੋਈ ਜੀ ਬਿਮਾਰ ਪੈ ਜਾਵੇ ਨਾ, ਵੇਖੋ ਆਪਾਂ ਅਰਦਾਸ ਬੇਨਤੀ ਕਰਾਉਂਦੇ ਆ, ਅਰਦਾਸ ਬੇਨਤੀ ਕਰਾਉਂਦੇ ਆ, ਪਰ ਬਲਦੇਵ ਸਿੰਘ ਦੇ ਲਈ ਕਹਿੰਦੇ ਸ੍ਰੀ ਅਖੰਡ ਪਾਠ ਕਰਵਾਇਆ ਗਿਆ। ਅਰਦਾਸ ਆ ਕੀਤੀ ਗਈ ਸੀ, ਸੱਚੇ ਪਾਤਸ਼ਾਹ ਇਹਦਾ ਛੇਤੀ ਖਹਿੜਾ ਛੁੱਟ ਜਵੇ। ਉਹ ਮੰਜੇ ਤੇ ਪਿਆ ਗੱਲ ਕਹਿੰਦਾ ਸੀ, ਸੁਣਿਓ ਕੀ ਕਹਿੰਦਾ ਸੀ ਬਲਦੇਵ ਸਿੰਘ। ਕਹਿੰਦਾ ਡੋਗਰਿਆਂ ਨੇ ਸਿੱਖ ਰਾਜ ਨੂੰ ਤਬਾਹ ਕੀਤਾ ਸੀ, ਮੈਂ ਤਾਂ ਕੌਮ ਦਾ ਛੱਡਿਆ ਹੀ ਕੱਖ ਨਹੀਂ, ਕੌਮ ਮੇਰੀ ਜਾਨ ਨੂੰ ਰੋਇਆ ਕਰੇਗੀ। ਅੱਜ ਰੋ ਰਹੀ ਆ ਕੌਮ। ਵੇਖੋ ਅੱਜ ਕੌਮ ਜਾਨ ਨੂੰ ਰੋ ਰਹੀ ਏ। ਇਹ ਉਹਦੇ ਬੋਲ ਸੀ। ਤੇ ਇਸ ਲਈ ਵੀਰੋ, ਸਾਡੇ ਨਾਲ ਉਥੋਂ ਗਦਾਰੀਆਂ ਦਾ ਮੁੱਢ ਵੱਜ ਗਿਆ। ਗਦਾਰਾਂ ਨੇ ਗਦਾਰੀਆਂ ਕੀਤੀਆਂ ਤੇ ਸਾਡਾ ਐਡਾ ਘੁੱਗੂ ਲਾਣਾ ਸੀ। ਅਸੀਂ ਚੌਧਰਾਂ ਖਾਤਰ, ਕੁਰਸੀਆਂ ਖਾਤਰ, ਸੈਂਟਰ ਦੀ ਕੋਈ ਗੱਲ ਨਹੀਂ ਸੀ ਸੁਣਦੇ। ਉੱਥੇ ਸਾਈਨ ਕਰਕੇ, ਦਸਖਤ ਕਰਕੇ ਆ ਜਾਂਦੇ ਸੀ। ਉਹ ਲਿਖਤ ਪੜ੍ਹ ਕਰਦੇ ਸੀ, ਉਹ ਪੱਕੇ ਪੇਪਰ ਤਿਆਰ ਕਰਦੇ ਸੀ। ਅੱਜ ਵੇਖੀ ਜਾ ਰਹੇ ਹਾਂ ਵੀ ਇਹ ਸਾਡੇ ਨਾਲ ਕੀ ਹੋ ਗਿਆ ਏ। ਅੱਜ ਵੇਖੀ ਜਾ ਰਹੇ ਹਾਂ, ਉਹਨਾਂ ਨੇ ਹੋਰ ਛਾਲ ਮਾਰੀ ਆ ਜਿਹੜੀ ਉਹ ਸਾਡੀਆਂ ਜ਼ਮੀਨਾਂ ਤੇ ਆ, ਉਹਨਾਂ ਦੀ ਸਿੱਧੀ ਅੱਖ ਆ। ਅਸੀਂ ਕੱਲ ਹੀ ਰਿਲੀਜ਼ ਕੀਤੀ ਆ, ਇਹਨੂੰ ਗੱਡੀ ਛੰਦ ਆਖਦੇ ਨੇ। ਸੁਣ ਦਿੱਲੀਏ, ਜੇ ਇੱਕ ਪਾਸੇ ਵਾਰ-ਵਾਰ ਹੰਕਾਰ ਦੇ ਵਿੱਚੋਂ ਬਿਆਨ ਦਾਗ ਰਹੇ ਨੇ ਬਈ ਅਸੀਂ ਝੁਕਾ ਦਿਆਂਗੇ, ਪਰ ਇੱਥੇ ਵੀ ਆ ਜਿੰਨੇ ਵੀ ਹਾਜ਼ਰੀ ਭਰਦੇ ਹੋ, ਤੁਹਾਡੇ ਬਜ਼ੁਰਗਾਂ ਦਾ,
ਬਾਪ ਦਾਦਿਆਂ ਦਾ ਇਹ ਇਤਿਹਾਸ ਕਹਿ ਰਿਹਾ ਏ। ਤੁਹਾਡੇ ਇਤਿਹਾਸ ਦੇ ਪੰਨੇ ਨੇ। ਜਿਹੜੇ ਲੋਕ ਇਤਿਹਾਸ ਦੀ ਕਦਰ ਕਰਦੇ, ਉਹਨਾਂ ਲੋਕਾਂ ਦੀ ਕਦਰ ਸੰਸਾਰ ਕਰਦਾ। ਇਤਿਹਾਸ ਮਨਾ ਰਿਹਾ ਰੌਸ਼ਨੀ ਦਾ, ਰਾਹ ਦੇ ਖਤਰਿਆਂ ਤੋਂ ਖਬਰਦਾਰ ਕਰਦਾ। ਕੌਮੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਨੂੰ ਇਤਿਹਾਸ ਹੀ ਖਾਸ ਸੁਧਾਰ ਕਰਦਾ। ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਸਮਾਂ ਕਦੇ ਨਾ ਉਹਦਾ ਸਤਿਕਾਰ ਕਰਦਾ। ਜਾਨਾਂਵਾਰ ਸਰਦਾਰੀਆਂ ਬਖਸ਼ ਗਏ ਨੇ, ਰੁਲਦੇ ਪਏ ਬਲਵੰਤ ਨਠਾਮਿਆਂ ਨੂੰ। ਜਿਉਂਦੇ ਰਹਿਣਾ ਤਾਂ ਸਦਾ ਲਈ ਯਾਦ ਰੱਖੋ ਕੀਤੇ ਵੱਡਿਆਂ ਦੇ ਕਾਰਨਾਮਿਆਂ ਨੂੰ। ਜੇ ਅਣਖ ਤੇ ਗੈਰਤ ਦੇ ਨਾਲ ਜਿਉਣਾ। ਆ ਲਓ ਸੁਣਿਓ, ਤੁਹਾਡੇ ਬਜ਼ੁਰਗਾਂ ਦਾ ਇਤਿਹਾਸ ਤੁਹਾਡੀ ਪਿੱਠ ਤੇ ਆ ਅਤੇ ਤੁਹਾਡਾ ਹਰ ਇੱਕ ਦਾ ਆਹੀ ਜਵਾਬ ਹੈ ਉਹਨਾਂ ਹੰਕਾਰੀਆਂ ਨੂੰ। ਉਹ ਗੱਡੀ ਛੰਦ ਪਮਾਲ ਦਾ ਢਾਡੀ ਜੱਥਾ ਗਾ ਕੇ ਇਉਂ ਪੇਸ਼ ਕਰ ਰਿਹਾ। ਸੁਣੀ ਸਰਕਾਰ ਕਾਰਿਆਂ ਕਾਨੂੰਨਾਂ ਵਾਲੀਏ ਪੁੱਤ ਜਾਗ ਪਏ ਖੇਤਾਂ ਦੇ ਸਾਰੇ ਸੜਕਾਂ ਤੇ ਆਣ ਨਿੱਤਰੇ ਦਿੱਲੀਏ ਸ਼ੇਰਾਂ ਨਾਲ ਮੱਥਾ ਲਾਵੀ ਨਾ ਤੂੰ ਸੁਣ ਬਿੱਲੀਏ। ਸਰਕਾਰ ਕਾਰਿਆਂ ਕਾਨੂੰਨਾਂ ਵਾਲੀਏ ਪੁੱਤ ਜਾਗ ਪਏ ਖੇਤਾਂ ਦੇ ਸਾਰੇ ਸੜਕਾਂ ਤੇ ਆਣ ਨਿੱਤਰੇ ਦਿੱਲੀਏ ਸ਼ੇਰਾਂ ਨਾਲ ਮੱਥਾ ਲਾਵੀ ਨਾ ਤੂੰ ਸੁਣ ਬਿੱਲੀਏ। ਦਿੱਤੀਆਂ ਮੁਲਕ ਦੀਆਂ ਸੜਕਾਂ ਮੁੜਕੇ ਦੇ ਨਾਲ ਗਿੱਲੀਆਂ। ਜਿਹੜਾ ਮੁੜਕਾ ਸਾਡਾ ਚੋਇਆ ਹੰਝੂ ਬਣੂ ਤੇਰੀ ਅੱਖ ਦਾ ਵੈਰ ਨੇ ਮੋਰਚਾ ਤੋਂ ਹੱਲਣੇ ਨਾ ਹੁਣ ਪੈਰ ਨੇ। ਰਗਾਂ ਸਾਡੀਆਂ ਦੇ ਵਿੱਚ ਖੂਨ ਦੌੜਦਾ ਵਈ ਰਗਾਂ ਸਾਡੀਆਂ ਦੇ ਵਿੱਚ ਖੂਨ ਦੌੜਦਾ ਪਿਤਾ ਗੁਰੂ ਦਸ਼ਮੇਸ਼ ਦਾ ਅਸੀਂ ਵਾਰਸ ਉਸ ਦੇ ਅੜੀਏ ਰਿਹਾ ਜੋ ਬੰਦੀਕਾਂ ਵੀਜਦਾ ਸੂਰਮਾ ਰੋਜਿਆ ਏ ਕੁੱਟ ਦਿਆਂਗੇ ਨੀ ਤੇਰਾ ਚੂਰਮਾ। ਬਜ਼ੁਰਗ ਸਾਡੇ ਵੱਡੇ ਵੀਰ, ਸਾਡੇ ਭਰਾ, ਸਾਡੇ ਬੱਚੇ ਇਹ ਮੋਰਚਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉੱਥੇ ਦੂਜਾ ਪੱਖ ਇਸਤਰੀ ਵਰਗ ਦਾ ਜਿਨ੍ਹਾਂ ਵਿੱਚ ਸਾਡੀਆਂ ਮਾਵਾਂ ਭੈਣਾਂ ਧੀਆਂ ਬੱਚੀਆਂ ਆ ਜਾਂਦੀਆਂ ਨੇ। ਉਹਨਾਂ ਦਾ
ਕੱਲ ਤੁਸੀਂ ਤਰਨਤਾਰਨ ਸਾਹਿਬ ਦੀਆਂ ਤਸਵੀਰਾਂ ਵੇਖ ਹੀ ਲਈਆਂ। ਸਿਰਾਂ ਤੇ ਕੇਸਰੀ ਚੁੰਨੀਆਂ ਦੁਪੱਟੇ ਤੇ ਮਾਈ ਭਾਗੋ ਦਾ ਪਿੰਡ ਕੋਈ ਬਹੁਤੀ ਦੂਰ ਨਹੀਂ ਸੀ, ਨਗਰ ਝਬਾਲ। ਤੇ ਵੇਖੋ ਉਸ ਧਰਤੀ ਤੇ ਇਹ ਹੁਣ ਉਹਨਾਂ ਦੀ ਗੱਲ ਆ ਜਿਨ੍ਹਾਂ ਨੂੰ ਵੱਡੇ ਵੱਡੇ ਵਿਦਵਾਨਾਂ ਨੇ ਪੈਰ ਦੀ ਜੁੱਤੀ ਕਿਹਾ ਸੀ। ਪੈਰ ਦੀ ਜੁੱਤੀ ਵੱਡੇ ਵੱਡਿਆਂ ਨੇ। ਇੱਕ ਆਪਾਂ ਦੋਹਾ ਪੜ੍ਹਦੇ ਆ ਨਾ, ਢੋਰ ਗਵਾਰ ਸ਼ੂਦਰ ਪਛ ਨਾਰੀ ਪੰਚੋ ਤਾੜਨ ਕੇ ਅਧਿਕਾਰੀ। ਵੇਖੋ ਜੇ ਇਹ ਗੱਲ ਆਖੀ ਆ ਦੂਜਾ ਪੱਖ ਵੇਖਿਓ ਇਹਨਾਂ ਦਾ। ਇਹ ਜੁਝਾਰੂ ਨੇ, ਇਹ ਅਵਲਾ ਨਹੀਂ, ਇਹ ਸਬਲਾ ਵੀ ਬਣ ਜਾਂਦੀ ਏ। ਹਾਂ, ਪਰ ਜਿਹੜੀਆਂ ਇੱਥੇ ਹੁਣ ਘਟਨਾਵਾਂ, ਚਾਹੇ ਉਹ ਯੂਪੀ ਦੀ ਹੋਵੇ, ਚਾਹੇ ਕੱਲ ਜਲਾਲਪੁਰ ਦੀ ਹੋਵੇ, ਜਿਹੜੀ ਪਰਸੋਂ ਜਾਂ ਚੌਥੇ ਦੀ ਹੋਈ ਹੋਈ ਘਟਨਾ ਟਾਂਡੇ ਲਾਗੇ, ਪਰ ਇੱਕ ਵਾਰ ਤਾਂ ਅੰਦਰੋਂ ਫੂਕ ਨਿਕਲਦੀ ਆ। ਇਹੋ ਜਿਹੇ ਦਰਿੰਦੇ ਜ਼ਾਲਮ ਵੀ ਪਏ ਨੇ, ਪਰ ਆ ਗੁਰੂ ਕੀ ਸਿੰਘਣੀਆਂ ਜਿਹੜੀ ਉਹ ਆਪਣੀ ਆਪ ਰਾਖੀ ਕਰਦੀ ਆ, ਉਹਦੀਆਂ ਵਾਰਸ ਬਣ ਕੇ ਉਹਨਾਂ ਬੀਬੀਆਂ ਦਾ ਜਿਹੜਾ ਯੋਗਦਾਨ ਆ ਉਹਦਾ ਆ ਪੈਰਾ ਅਗਲਾ ਸੁਣਿਓ ਪਿਆਰ ਦੇ ਨਾਲ। ਮੇਰੇ ਸਾਥੀ ਸੁਖਪਾਲ ਸਿੰਘ, ਪ੍ਰਭਜੋਤ ਸਿੰਘ, ਜਸਪਾਲ ਸਿੰਘ ਇੰਜ ਗਾ ਰਹੇ ਨੇ। ਆ ਗਈਆਂ ਚੁੱਲ੍ਹੇ ਦੀਆਂ ਰਾਣੀਆਂ, ਪਈ ਜਾਣ ਰੇਲ ਕੰਨ ਮੇ ਵੇਖ ਡੱਟੀਆਂ ਹੱਕਾਂ ਦੀ ਖਾਤਰ ਪਾਂਚ ਮਰਾਸੇ ਬਣੀਆਂ ਚੁੰਨੀਆਂ ਜੱਟ ਬਾਜੋ ਰਹਿ ਜਾਣੀਆਂ ਜੂਆਂ ਸੁਣੀਆਂ, ਕਾਮੇ ਬਾਜੋ ਰਹਿ ਜਾਣੀਆਂ ਜੂਆਂ ਸੁਣੀਆਂ। ਅਸਾਂ ਦੇ ਕੋਲੋਂ ਵਾਪਸ ਤੂੰ ਲੈਲਾ ਬੈਲ ਨੂੰ ਨਹੀਂ ਹੋ ਜੂਗਾ ਤਖਤ ਤੇਰਾ ਢੇਰੀ, ਰੋਡੇ ਨੇ ਸਮਾਤੀ ਆਖਰੀ ਖੜੀਏ ਜਿਹੜੇ ਭਾਂਡੇ ਵਿੱਚ ਖਾਈਏ ਨਾ ਸ਼ੇਕ ਕਰੀਏ, ਜਿਹੜੇ ਭਾਂਡੇ ਵਿੱਚ ਖਾਈਏ ਨਾ ਸ਼ੇਕ ਕਰੀਏ, ਜਿਹੜੇ ਭਾਂਡੇ ਵਿੱਚ ਖਾਈਏ ਨਾ ਸ਼ੇਕ ਕਰੀਏ। ਇਹ ਅਟਲ ਸਚਾਈ ਆ। ਬੰਦਾ ਜਦੋਂ ਤਹਈਆ ਕਰ ਲਵੇ ਨਾ, ਫਤਿਹ ਉਹਦੇ ਪੈਰ ਚੁੰਮਦੀ ਏ, ਉਹ ਆਪਦੀ ਮੰਜ਼ਿਲ ਤੇ ਪਹੁੰਚ ਜਾਂਦਾ ਏ। ਜਿਹੜੇ ਤਹਈਆ ਕਰ ਲੈਣ, ਮਾਸਟਰ ਰਾਜਦੀਪ ਸਿੰਘ ਜੀ ਬਰੇਟੇ ਤੋਂ, ਜ਼ਿਲ੍ਹਾ ਮਾਨਸਾ, ਉੱਥੋਂ ਆਏ ਹੋਏ ਨੇ, ਮੈਂ ਧੰਨਵਾਦ ਕਰਦਾ, ਮਾਣ ਵੀ ਕਰਦੇ ਨੇ। ਤੇ ਅੱਜ ਜਿੰਨੇ ਵੀ ਹਾਜ਼ਰੀ ਭਰਨ ਵਾਲੇ ਨੇ, ਜਿਉਂਦੀਆਂ ਜ਼ਮੀਰਾਂ ਵਾਲੇ ਨੇ, ਕਿਉਂਕਿ ਫੈਸਲਾ ਲੈਣਾ ਪੈਣਾ। ਆਜ਼ਾਦ ਕਰਵਾਓ ਆਪਣੀ ਧਰਤੀ ਨੂੰ ਲੁਟੇਰਿਆਂ ਤੋਂ, ਬਚਾਓ ਆਪਣੇ ਸਪੇਸ ਯੁੱਗ ਦੇ ਧਰਮ ਨੂੰ, ਬਚਾਓ ਆਪਣੀ ਖਾਲਸਾਈ ਕਿਰਦਾਰ ਨੂੰ, ਬਚਾਓ ਆਪਣੀ ਦਸਵੇਂ ਪਿਤਾ ਦੀ ਬਖਸ਼ੀ ਦਸਤਾਰ ਨੂੰ, ਬਚਾਓ ਆਪਣੀ ਬੋਲੀ ਨੂੰ, ਬਚਾਓ ਆਪਣੇ ਨਿਆਰੇ ਵਿਰਸੇ ਨੂੰ, ਬਚਾਓ ਆਪਣੀ ਹੋਂਦ ਨੂੰ, ਬਚਾਓ ਧੀਆਂ ਭੈਣਾਂ ਦੀ ਜੋ ਬੇਇੱਜ਼ਤੀ ਹੋ ਰਹੀ ਏ। ਅੱਜ ਇਹ ਤਹਈਆ ਕਰਨਾ ਪੈਣਾ ਹੈ। ਮੈਂ ਸਾਰਿਆਂ ਦਾ, ਕਿਉਂਕਿ ਜਿਹੜੇ ਤਹਈਆ ਕਰ ਲੈਂਦੇ ਨੇ ਤੇ ਜਿਹੜੇ ਜਿਉਂਦੀਆਂ ਜ਼ਮੀਰਾਂ ਵਾਲੇ ਨੇ, ਮੰਜ਼ਲਾਂ ਤੇ ਉਹੀ ਪਹੁੰਚਦੇ ਨੇ, ਤੇ ਜਿਹੜੇ ਗਦਾਰੀਆਂ ਕਰਨ ਜਾਂ ਧੋਖਾ ਕਰਨ, ਉਹਨਾਂ ਨੂੰ ਅਖੀਰ ਲਾਹਣਤਾਂ ਹੀ ਪੈਂਦੀਆਂ ਨੇ। ਇਹ ਜਿਹੜਾ ਕਿਸਾਨੀ ਦਾ ਮੋਰਚਾ ਹੈ, ਇਹ ਸ਼ੰਭੂ ਦਾ ਜਿਹੜਾ ਮੋਰਚਾ ਹੈ, ਵੀਰ ਦੀਪ ਸਿੱਧੂ ਉਹ ਵਾਰ-ਵਾਰ ਇਹੀ ਬੇਨਤੀ ਕਰ ਰਿਹਾ ਵੀ ਆਓ ਇਹਦਾ ਹਿੱਸਾ ਬਣੋ ਅਤੇ ਤੁਹਾਨੂੰ ਤੁਹਾਡੇ ਵੱਡ ਵਡੇਰਿਆਂ ਦੀ ਸਹੁੰ ਹੈ, ਤੁਹਾਡੇ ਵੱਡ ਵਡੇਰਿਆਂ ਦੀ, ਕਿਉਂਕਿ ਸਾਡੇ ਨਾਲ ਮੁੱਢ ਤੋਂ ਹੀ ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ। ਭਲਾ ਦੇਸ਼ ਦਾ ਕੀਤਾ ਤਾਂ ਅਸੀਂ ਕੀਤਾ, ਚੜ੍ਹਦੇ ਸਨ 47 ਦੇ ਜ਼ਖਮ ਖਾਧੇ, ਜ਼ਖਮ ਦੇਸ਼ ਦਾ ਸੀਤਾ ਤਾਂ ਅਸੀਂ ਸੀਤਾ, ਗੋਲੀ ਅਡਵੈਰ ਦੇ ਮਾਰੀ ਤਾਂ ਅਸੀਂ ਮਾਰੀ, ਬਦਲਾ ਦੇਸ਼ ਦਾ ਲੀਤਾ ਤਾਂ ਅਸੀਂ ਲੀਤਾ। ਮੁਲਕ ਆਜ਼ਾਦ ਹੋਏ, ਜਦੋਂ ਮੁਲਕ ਆਜ਼ਾਦ ਹੋ ਗਏ ਗੁਰੂ ਕੇ ਪਿਆਰਿਓ, ਵੇਖੋ ਕਿੱਥੇ
ਆਹ ਗੱਲਾਂ ਬੋਲੀਆਂ ਜਾਂਦੀਆਂ ਸੀ ਵੀ ਐਸਾ ਖਿੱਤਾ ਦੇ ਦਿਆਂਗੇ, ਆਨੰਦ ਮਾਣਨਗੇ। ਤੇ ਕਿੱਥੇ ਸਾਨੂੰ ਹਜੇ 2 ਮਹੀਨੇ ਵੀ ਪੂਰੇ ਨਹੀਂ ਹੋਏ, ਤੁਹਾਨੂੰ ਜ਼ੁਰਾਇਮ ਪੇਸ਼ਾ ਦਾ ਆ ਖਿਤਾਬ ਮਿਲ ਗਿਆ। 10 ਅਕਤੂਬਰ 1947 ਨੂੰ ਆਪਾਂ ਟੂਰਨਾਮੈਂਟ ਵੇਖਦੇ ਹਾਂ, ਜਦੋਂ ਕੋਈ ਟੀਮ ਜਿੱਤਦੀ ਹੈ ਜਾਂ ਖਿਡਾਰੀ ਜਿੱਤਦਾ, ਉਹਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਂਦਾ। ਸਾਡਾ ਆਜ਼ਾਦੀ ਦੇ ਲਈ ਸਭ ਤੋਂ ਵੱਧ ਖੂਨ ਡੁੱਲਿਆ। 121 ਵਿੱਚੋਂ 93 ਤੁਸੀਂ ਫਾਂਸੀਆਂ ਤੇ ਚੜਨ ਵਾਲੇ। 2646 ਨੂੰ ਜੇ ਉਮਰ ਕੈਦ ਹੋਈ, 2147 ਤੁਸੀਂ। ਜੇ ਵੱਜ-ਵੱਜ ਘਾਟ ਤੇ ਗੋਲੀਆਂ ਮਾਰੀਆਂ ਗਈਆਂ, 113 ਦੇ ਵਿੱਚੋਂ 67 ਤੁਸੀਂ। ਕੂਕਾ ਲਹਿਰ ਦੇ 91 ਦੇ 91 ਤੁਸੀਂ। ਅਕਾਲੀ ਮੋਰਚੇ ਦੇ ਵਿੱਚ 500 ਤੁਸੀਂ। ਜਲਿਆਂਵਾਲੇ ਬਾਗ ਦੇ ਵਿੱਚ 1300 ਦੀ ਗਿਣਤੀ ਹੁੰਦੀ ਹੈ, 799 ਤੁਸੀਂ। ਤੁਹਾਨੂੰ ਮੈਡਲ ਕੀ ਮਿਲਿਆ? 10 ਅਕਤੂਬਰ 1947 ਨੂੰ ਤੁਸੀਂ ਜ਼ੁਰਾਇਮ ਪੇਸ਼ਾ ਹੋ, ਲੁੱਟ ਖਸੁੱਟ ਕਰਨ ਵਾਲੇ ਹੋ। ਹੁਣ ਆਪਾਂ ਸੋਚਣਾ ਵੀ ਸਾਡੇ ਬਜ਼ੁਰਗ ਉਹ ਲੁੱਟ ਖਸੁੱਟ ਕਰਨ ਵਾਲੇ ਸੀ, ਇਹ ਆਪਾਂ ਸੋਚੀਏ। ਜਿਹੜੇ ਫਾਂਸੀਆਂ ਦੇ ਤਖਤਿਆਂ ਤੇ ਚੜੇ, ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚੋਂ ਆਏ ਬਈ ਦੇਸ਼ ਨੂੰ ਆਜ਼ਾਦ ਕਰਵਾ ਲਈਏ, ਇਹ ਬਹੁਤ ਇੱਕ ਵੱਡੀ ਲੰਮੀ ਆਜ਼ਾਦੀ ਤੋਂ ਹੀ ਜਦੋਂ ਆਜ਼ਾਦ ਹੋਏ ਆ, ਉਹਦੇ ਤੋਂ ਹੀ ਇਹ ਧੋਖਾ, ਇਹ ਧੱਕੇਸ਼ਾਹੀ, ਇਹ ਉਹਨਾਂ ਹਾਕਮਾਂ ਦੀ ਗੁਰੂ ਕੇ ਪਿਆਰਿਓ ਜਿਹੜੀ ਦੋਗਲੀ ਨੀਤੀ ਤੁਹਾਡੇ ਨਾਲ ਚੱਲਦੀ ਆ ਰਹੀ ਏ। ਤੇ ਆਓ ਅੱਜ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੋਲਦਿਆਂ ਵਿੱਚੋਂ ਗਲਤੀ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ। ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜੱਥਾ, ਮੇਰੇ ਸਾਥੀ ਸੁਖਪਾਲ ਸਿੰਘ ਡੋਡਬੰਦਰ, ਪ੍ਰਭਜੋਤ ਸਿੰਘ ਡੋਡਬੰਦਰ ਅਤੇ ਜਸਪਾਲ ਸਿੰਘ ਕੋਟਲਾ ਰਾਏਕਾ। ਮੈਂ ਆਪਣੇ ਨਗਰ ਤੋਂ ਜਿਹੜੇ ਮੇਰੇ ਵੀਰ ਆਏ, ਮਾਸਟਰ ਮਨਦੀਪ ਸਿੰਘ ਜੀ ਪਮਾਲ, ਮਾਸਟਰ ਸੁਖਵੰਤ ਸਿੰਘ ਜੀ, ਸਤਵਿੰਦਰ ਸਿੰਘ ਜੀ ਪੱਪੂ, ਉਹਨਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।